ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 12 ਅਪ੍ਰੈਲ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ ਅਤੇ ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮਾਉਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸੀਰੀਆ ਦੇ ਮੁੱਦੇ ਦੇ ਉੱਤੇ ਚੱਲ ਰਹੀ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਰਸ਼ੀਆ ਨੇ ਰੋਕੀ। ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਨੇ ਰਸ਼ੀਅਨ ਰਾਸ਼ਟਰਪਤੀ ਪੁਤਿਨ ਦੇ ਨਾਲ ਮੁਲਾਕਾਤ ਕੀਤੀ। ਯੂਨਾਈਟਿਡ ਏਅਰਲਾਈਨਸ ਦੇ ਪੈਸੇਂਜਰ ਨੇ ਉਹਨਾਂ ਨੂੰ ਧੱਕੇ ਦੇ ਨਾਲ ਫਲਾਈਟ ਤੋਂ ਲਾਉਣ ਤੋਂ ਬਾਅਦ ਦੇ ਵਿੱਚ ਹੁਣ ਲੀਗਲ ਐਕਸ਼ਨ ਲਿਆ। ਨਿਊਯਾਰਕ ਦੇ ਵਿੱਚ ਅਪੀਲਸ ਕੋਰਟ ਦੇ ਜੱਜ ਸ਼ਾਇਲਾ ਅਬਦਸ ਸਲਾਮ ਹਡਸਨ ਰਿਵਰ ਦੇ ਕਿਨਾਰੇ ਮਰੇ ਪਾਏ ਗਏ। ਇੰਡੀਆਨਾ ਦੇ ਵਿੱਚ ਪੁਲ ਤੋੜਨ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਨੂੰ ਹੋਈ ਜੇਲ੍ਹ। ਅਤੇ ਨਾਰਥ ਕੈਰੋਲਾਈਨਾ ਦੇ ਵਿੱਚ ਟਰਾਂਸਜੈਂਡਰ ਬਾਥਰੂਮ ਬੈਟਲ ਤੋਂ ਬਾਅਦ 'ਚ ਹੁਣ ਸੇਮ ਸੈਕਸ UN ਸਿਕਿਉਰਿਟੀ ਕਾਉਂਸਲ ਦੀ ਹੋਈ ਮੀਟਿੰਗ, ਜਿਸ ਦੇ ਵਿੱਚ ਸੀਰੀਆ ਗੌਰਮੈਂਟ ਦੁਆਰਾ ਕੀਤੇ ਗਏ ਕੈਮੀਕਲ ਅਟੈਕ ਨੂੰ ਕੰਡੈਮ ਕੀਤਾ ਜਾਣਾ ਸੀ। ਉਸ ਮੀਟਿੰਗ ਨੂੰ ਰਸ਼ੀਆ ਨੇ ਆਪਣੀ ਵੀਟੋ ਪਾਵਰ ਇਸਤੇਮਾਲ ਕਰਦੇ ਹੋਏ ਬਲੌਕ ਕਰ ਦਿੱਤਾ। ਗੌਰਤਲਬ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਦੇ ਗੂੜੇ ਦੋਸਤ ਮੰਨੇ ਜਾਂਦੇ ਹਨ। ਇਹ ਪਿਛਲੇ 6 ਸਾਲਾਂ ਦੇ ਵਿੱਚ ਜਦੋਂ ਤੋਂ ਸੀਰੀਆ ਦੇ ਵਿੱਚ ਸਿਵਲ ਵਾਰ ਚੱਲ ਰਹੀ ਹੈ, 8ਵਾਂ ਟਾਈਮ ਹੈ ਜਦੋਂ ਰਸ਼ੀਆ ਨੇ ਆਪਣੀ ਵੀਟੋ ਪਾਵਰ ਇਸਤੇਮਾਲ ਕਰਦੇ ਹੋਏ ਅਸਦ ਦੀ ਸਰਕਾਰ ਦਾ ਬਚਾਵ ਕੀਤਾ ਹੈ। ਇਸ ਤੋਂ ਪਹਿਲਾਂ ਰਸ਼ੀਆ ਨੇ ਯੂਨਾਈਟਿਡ ਸਟੇਟਸ ਦੁਆਰਾ ਫਰਾਂਸ, ਬ੍ਰਿਟੇਨ ਅਤੇ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਸੀਰੀਆ ਦੇ ਉੱਤੇ ਲਾਏ ਗਏ ਸੈਂਕਸ਼ਨਜ਼ ਅਤੇ ਅਸਦ ਗੌਰਮੈਂਟ ਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੇ ਲਈ ਕਿਹਾ ਸੀ, ਜਿਸ ਦੇ ਵਿੱਚ ਸ਼ੇਖੋਨ ਸ਼ਹਿਰ ਦੇ ਵਿੱਚ ਉਹਨਾਂ ਨੇ ਅਟੈਕ ਕੀਤਾ ਸਨ। ਉਸ ਮਾਮਲੇ ਤੇ ਵੀ ਰਸ਼ੀਆ ਨੇ ਵੀਟੋ ਪਾਵਰ ਯੂਜ਼ ਕਰਦੇ ਹੋਏ ਉਸ ਜਾਂਚ ਨੂੰ ਉੱਥੇ ਹੀ ਖਤਮ ਕਰਵਾ ਦਿੱਤਾ ਸੀ। ਹੁਣ ਤਾਜ਼ਾ ਤਰੀਨ ਮਾਮਲਾ ਇਹ ਗੈਸ ਹਮਲੇ ਦਾ ਹੈ, ਜੋ ਕਿ 4 ਅਪ੍ਰੈਲ ਨੂੰ ਸੀਰੀਆ ਦੇ ਵਿੱਚ ਕੈਮੀਕਲ ਹਮਲਾ ਹੋਇਆ, ਜਿਸ ਦੇ ਨਾਲ 87 ਤੋਂ ਵੱਧ ਲੋਕਾਂ ਦੀ ਮੌਤ ਹੋਈ। ਇਸ ਮਾਮਲੇ ਦੇ ਵਿੱਚ ਜਿੱਥੇ ਕਿ ਅਮਰੀਕਾ ਨੇ ਸੀਰੀਅਨ ਗੌਰਮੈਂਟ ਨੂੰ ਜ਼ਿੰਮੇਵਾਰ ਠਹਿਰਾਇਆ, ਉੱਥੇ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਇਸ ਕਰਕੇ ਅਮਰੀਕਾ ਅਤੇ ਰਸ਼ੀਆ ਦੇ ਸੰਬੰਧ ਵਿਗੜ ਰਹੇ ਹਨ ਅਤੇ ਰਾਸ਼ਟਰਪਤੀ ਡੋਨਲਡ ਟਰੰਪ, ਜੋ ਕਿ ਕਹਿੰਦੇ ਸਨ ਉਹ ਰਸ਼ੀਆ ਦੇ ਨਾਲ ਸੰਬੰਧ ਸੁਧਾਰਨਗੇ, ਉਹ ਆਪਣੀ ਹੁਣ ਗੱਲ ਤੋਂ ਪਿੱਛੇ ਭੱਜ ਰਹੇ ਹਨ। US ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਵੀ ਰਸ਼ੀਆ ਦੇ ਵਿੱਚ ਰਾਸ਼ਟਰਪਤੀ ਪੁਤਿਨ ਦੇ ਨਾਲ ਮੁਲਾਕਾਤ ਕਰਨ ਪਹੁੰਚੇ। US ਦੇ ਐਂਬੈਸਡਰ ਯੂਨਾਈਟਿਡ ਨੇਸ਼ਨ ਦੇ ਵਿੱਚ ਨਿੱਕੀ ਹੈਲੀ, ਉਹਨਾਂ ਨੇ ਕਿਹਾ ਹੈ ਕਿ ਮਾਸਕੋ ਨੂੰ ਸੀਰੀਆ ਦੇ ਰਾਸ਼ਟਰਪਤੀ ਅਸਦ ਦਾ ਬਚਾਵ ਕਰਨਾ ਬੰਦ ਕਰਨਾ ਚਾਹੀਦਾ ਹੈ ਤੇ ਦੋਨਾਂ ਦੇਸ਼ਾਂ ਨੂੰ ਮਿਲ ਕੇ ਇਸ ਪੂਰੇ ਮਸਲੇ ਦੇ ਵੱਲ ਹੱਲ ਕਰਨ ਨੂੰ ਵਧਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਰਸ਼ੀਆ ਨੇ ਇੱਕ ਵਾਰੀ ਫਿਰ ਅਸਦ ਦਾ ਪੱਖ ਲਿਆ ਹੈ ਤੇ ਪੂਰੀ ਦੁਨੀਆ ਨੂੰ ਉਹਨਾਂ ਨੇ ਇੱਕ ਪਾਸੇ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਰਸ਼ੀਆ ਦਾ ਇਹੀ ਰੁਖ ਰਿਹਾ ਤਾਂ ਇੱਕ ਦਿਨ ਇਕੱਲਾ ਪੈ ਜਾਏਗਾ। ਉਹਨਾਂ ਨੇ ਕਿਹਾ ਕਿ ਜਿਵੇਂ ਰਸ਼ੀਆ ਕਹਿ ਰਿਹਾ ਹੈ, ਜੇਕਰ ਸੀਰੀਅਨ ਗੌਰਮੈਂਟ ਇਸ ਦੇ ਵਿੱਚ ਬੇਕਸੂਰ ਨਿਕਲੀ ਤਾਂ ਉਹ ਜਾਂਚ ਦੇ ਵਿੱਚ ਸਾਹਮਣੇ ਆ ਜਾਏਗਾ, ਪਰ ਇਸ ਨੂੰ ਲੈ ਕੇ UN ਅਤੇ ਹੋਰ ਦੇਸ਼ਾਂ ਨੂੰ ਇਸ ਪੂਰੇ ਮਸਲੇ ਦੇ ਵਿੱਚ ਇੰਡੀਪੈਂਡੈਂਟ ਜਾਂਚ ਕਰਨੀ ਚਾਹੀਦੀ ਹੈ। ਰਸ਼ੀਆ ਦੇ ਡਿਪਟੀ ਵਲਾਦੀਮੀਰ ਸੈਫਰਨਕੋਵ ਨੇ UN ਦੇ ਵਿੱਚ ਕਿਹਾ ਕਿ ਉਹਨਾਂ ਨੂੰ ਤਾਜਬ ਹੈ ਕਿ ਕਿਸ ਤਰ੍ਹਾਂ ਕੋਈ ਵੀ ਦੇਸ਼ ਕਿਸੇ ਕਨਕਲੂਜਨ ਤੇ ਪਹੁੰਚ ਕੇ ਕਿਸੇ ਦੂਸਰੇ ਦੇਸ਼ ਦੇ ਉੱਤੇ ਹਮਲਾ ਕਰ ਸਕਦਾ ਹੈ ਜਿੰਨਾ ਚਿਰ ਇਸ ਮਾਮਲੇ ਦੇ ਵਿੱਚ ਜਾਂਚ ਪੂਰੀ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ US ਦਾ ਸੀਰੀਅਨ 에ਅਰਬੇਸ ਤੇ ਹਮਲਾ ਕਰਨਾ ਇੰਟਰਨੈਸ਼ਨਲ ਨੋਰਮਸ ਦੇ ਖਿਲਾਫ ਹੈ ਅਤੇ US ਨੂੰ ਇਸ ਦੀ ਮਾਫੀ ਮੰਗਣੀ ਚਾਹੀਦੀ ਹੈ। ਸੀਰੀਅਨ ਗੌਰਮੈਂਟ ਨੇ ਕੈਮੀਕਲ ਹਮਲੇ ਦੇ ਵਿੱਚ ਕੋਈ ਵੀ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਜਾਂਚ ਕਰਨਗੇ ਕਿ ਹਮਲਾ ਕਿਵੇਂ ਹੋਇਆ ਤੇ ਕਿਸ ਨੇ ਕਰਵਾਇਆ। ਸੈਕਟਰੀ ਆਫ ਸਟੇਟ ਰੈਕਸ ਟਿਲਰਸਨ
ਸੀਰੀਆ ਅਤੇ US ਦੇ ਮਿਸਾਈਲ ਅਟੈਕ ਮਾਮਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਰਸ਼ੀਆ ਦੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਉੱਥੇ ਰਸ਼ੀਆ ਦੇ ਅਧਿਕਾਰੀ ਅਤੇ ਰਸ਼ੀਅਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮਾਸਕੋ ਦੇ ਵਿੱਚ ਮੁਲਾਕਾਤ ਕੀਤੀ। ਰਸ਼ੀਆ ਤੇ US ਦੇ ਵਿਚਕਾਰ ਚੱਲ ਰਹੀ ਤਣਾਤਣੀ ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਹੈ ਕਿ ਰੈਕਸ ਟਿਲਰਸਨ ਨੇ ਰਸ਼ੀਆ ਦੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ। ਹਾਲਾਂਕਿ ਖਬਰਾਂ ਤੋਂ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ ਦੋਨਾਂ ਦੀ ਮੁਲਾਕਾਤ ਦੇ ਵਿੱਚ ਕੁਝ ਵੀ ਖਾਸ ਸਾਹਮਣੇ ਨਹੀਂ ਆਇਆ ਤੇ ਰਸ਼ੀਆ ਤੇ US ਦੀਆਂ ਟੈਨਸ਼ਨਸ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਟਿਲਰਸਨ ਨੇ ਇਸ ਪੂਰੇ ਮਾਮਲੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਇਸ ਸਮੇਂ ਵਿਸ਼ਵਾਸ ਕਾਫੀ ਘਟ ਗਿਆ ਹੈ ਤੇ ਇਹ ਇੱਕ ਚੰਗੀ ਗੱਲ ਨਹੀਂ। ਉਹਨਾਂ ਨੇ ਕਿਹਾ ਕਿ ਦੋਨੇ ਦੇਸ਼ ਜੋ ਕਿ ਨਿਊਕਲੀਅਰ ਪਾਵਰ ਦੇਸ਼ ਹਨ ਉਹਨਾਂ ਦੇ ਵਿਚਕਾਰ ਇਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਨਹੀਂ ਹੋਣੀ ਚਾਹੀਦੀ। ਰੈਕਸ ਟਿਲਰਸਨ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਰਸ਼ੀਅਨ ਅਧਿਕਾਰੀਆਂ ਦੇ ਨਾਲ ਤਕਰੀਬਨ 5-6 ਘੰਟੇ ਮੁਲਾਕਾਤ ਕੀਤੀ। ਇਸ ਪੂਰੇ ਮਾਮਲੇ ਦੇ ਵਿੱਚ ਰੈਕਸ ਟਿਲਰਸਨ ਜਿਸ ਗੱਲ ਤੇ ਕਾਮਯਾਬ ਰਹੇ ਉਹ ਇਹ ਹੈ ਕਿ ਰਸ਼ੀਆ ਸੀਰੀਆ ਦੇ ਵਿੱਚ ਔਨ ਏਅਰ ਹੌਟਲਾਈਨ ਦੇ ਲਈ ਮੰਨ ਗਿਆ ਹੈ ਤਾਂ ਕਿ ਏਅਰ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿਚਕਾਰ ਆਪਸ 'ਚ ਕੋਈ ਐਕਸੀਡੈਂਟ ਨਾ ਹੋਵੇ। 4 ਅਪ੍ਰੈਲ ਤੋਂ ਬਾਅਦ ਦੇ ਵਿੱਚ ਰਸ਼ੀਆ ਨੇ US ਦੇ ਨਾਲ ਇਹ ਸਾਰੇ ਸਬੰਧ ਖਤਮ ਕਰ ਦਿੱਤੇ ਸਨ, ਪਰ ਰਸ਼ੀਆ ਨੇ ਇਸ ਦੇ ਨਾਲ ਇੱਕ ਸ਼ਰਤ ਰੱਖਦੇ ਹੋਏ ਕਿਹਾ ਕਿ ਸਿਰਫ ਉਦੋਂ ਹੀ ਪੋਸੀਬਲ ਹੋਵੇਗਾ ਕਿ US ਅਤੇ ਉਸਦੇ ਅਲਾਈਜ਼ ਸਿਰਫ ਅੱਤਵਾਦੀਆਂ ਨੂੰ ਟਾਰਗੇਟ ਕਰਨ ਅਤੇ ਸੀਰੀਅਨ ਸਰਕਾਰ ਅਤੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਕਿਸੇ ਵੀ ਫੋਰਸ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ। ਹਾਲਾਂਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਇਹ ਮਾਮਲਾ ਕੁਝ ਸਾਫ਼ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਉੱਧਰ ਹੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੰਟਰਵਿਊ ਦੇ ਵਿੱਚ ਉਹਨਾਂ ਨੇ ਕੱਲ੍ਹ ਅਜੀਬੋ-ਗਰੀਬ ਬਿਆਨ ਦਿੱਤਾ, ਜਿੱਥੇ ਫੌਕਸ ਨੂੰ ਦਿੱਤੀ ਜਾ ਰਹੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਇਹ ਤਾਂ ਯਾਦ ਰਿਹਾ ਕਿ ਜਦੋਂ US ਨੇ ਮਿਜ਼ਾਈਲ ਹਮਲਾ ਕੀਤਾ ਉਹ ਉਸ ਵਕਤ ਕੀ ਖਾ ਰਹੇ ਸੀ, ਪਰ ਉਹ ਕੰਟਰੀ ਦਾ ਨਾਮ ਹੀ ਭੁੱਲ ਗਏ ਅਤੇ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਸੀਰੀਆ ਦੀ ਬਜਾਏ ਇਰਾਕ ਦਾ ਨਾਮ ਲੈਂਦੇ ਹੋਏ ਕਿਹਾ ਕਿ ਉਹਨਾਂ ਨੇ ਇਰਾਕ ਦੇ ਉੱਤੇ ਮਿਜ਼ਾਈਲ ਦੇ ਨਾਲ ਹਮਲੇ ਕੀਤੇ। ਯੂਨਾਈਟਿਡ ਏਅਰਲਾਈਨਸ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਉਹਨਾਂ ਦੇ ਇੱਕ ਪੈਸੇਂਜਰ ਨੂੰ ਜਦੋਂ ਉਹਨਾਂ ਨੇ ਜਬਰਨ ਫਲਾਈਟ ਤੋਂ ਬਾਹਰ ਕੱਢਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਨਾਲ ਕਾਫੀ ਕੁੱਟਮਾਰ ਵੀ ਹੋਈ ਅਤੇ ਉਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋਈਆਂ, ਜਿਸ ਤੋਂ ਬਾਅਦ ਦੇ ਵਿੱਚ ਆਨਲਾਈਨ ਯੂਨਾਈਟਿਡ ਏਅਰਲਾਈਨਸ ਦੀ ਕਾਫੀ ਕ੍ਰਿਟਿਸਿਜ਼ਮ ਹੋਇਆ ਤੇ ਉਹਨਾਂ ਦੀ ਸ਼ੇਅਰ ਮਾਰਕੀਟ ਦੇ ਵਿੱਚ ਵੀ ਉਹ ਸਾਫ਼ ਨਜ਼ਰ ਆਇਆ। ਯੂਨਾਈਟਿਡ ਏਅਰਲਾਈਨਸ ਦੇ ਸ਼ੇਅਰ ਇਸ ਦੇ ਨਾਲ ਕਾਫੀ ਡਿੱਗ ਪਏ। ਹਾਲਾਂਕਿ ਇਸ ਤੋਂ ਪਹਿਲਾਂ ਯੂਨਾਈਟਿਡ ਏਅਰਲਾਈਨਸ ਦੇ CEO ਨੇ ਇਹ ਕਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਗਲਤੀ ਪੈਸੇਂਜਰ ਦੀ ਹੈ, ਜਿਨ੍ਹਾਂ ਦਾ ਕਿ ਨਾਮ ਡਾਕਟਰ ਡੇਵਿਡ ਡਾਓ ਦੱਸਿਆ ਜਾਂਦਾ ਹੈ ਅਤੇ ਉਹਨਾਂ ਨੇ ਫਲਾਈਟ ਦੇ ਵਿੱਚ ਪੋਲਾਈਟਲੀ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਲਈ ਸਿਕਿਉਰਿਟੀ ਨੂੰ ਸੱਦਣਾ ਪਿਆ। ਹਾਲਾਂਕਿ ਹੁਣ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਡਾਕਟਰ ਡੇਵਿਡ ਡਾਓ ਦੇ ਤੋਂ ਅਤੇ ਉਹਨਾਂ ਦੇ ਪਰਿਵਾਰ ਤੋਂ ਯੂਨਾਈਟਿਡ ਏਅਰਲਾਈਨਸ ਦੁਆਰਾ ਕੀਤੀ ਗਈ ਇਸ ਬਦਤਮੀਜ਼ੀ ਅਤੇ ਬਦਸਲੂਕੀ ਦੀ ਮਾਫੀ ਮੰਗੀ ਹੈ, ਪਰ ਡਾਕਟਰ ਡੇਵਿਡ ਡਾਓ ਨੇ ਇਸ ਮਾਮਲੇ ਨੂੰ ਲੈ ਕੇ ਹੁਣ ਯੂਨਾਈਟਿਡ ਏਅਰਲਾਈਨਸ ਦੇ ਖਿਲਾਫ ਲੀਗਲ ਐਕਸ਼ਨ ਲਿਆ ਹੈ ਤੇ ਉਹਨਾਂ ਦੇ ਉੱਤੇ ਲਾਅਸੂਟ ਫਾਈਲ ਕਰ ਦਿੱਤਾ। ਇਸ ਪੂਰੇ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਲਾਇਰਸ ਨੇ ਸਿਟੀ ਆਫ ਸ਼ਿਕਾਗੋ ਦੇ ਵਿੱਚ ਇਹ ਐਪਲੀਕੇਸ਼ਨ ਲਾਈ ਹੈ ਕਿ ਉਹ ਓਹਾਇਓ ਇੰਟਰਨੈਸ਼ਨਲ ਏਅਰਪੋਰਟ ਅਤੇ ਯੂਨਾਈਟਿਡ ਏਅਰਲਾਈਨਸ ਨੂੰ ਇਹ ਆਰਡਰ ਦੇਣ ਕਿ ਇਸ ਪੂਰੇ ਮਾਮਲੇ ਦੀ ਕੋਈ ਵੀ ਵੌਇਸ ਰਿਕਾਰਡਿੰਗ ਜਾਂ ਫਿਰ ਵੀਡੀਓ ਰਿਕਾਰਡਿੰਗ ਡਿਲੀਟ ਨਾ ਕੀਤੀ ਜਾਵੇ ਤੇ ਉਹਨਾਂ ਨੂੰ ਰਿਜ਼ਰਵ ਰੱਖਿਆ ਜਾਵੇ। ਯੂਨਾਈਟਿਡ ਏਅਰਲਾਈਨਸ ਦੀ ਫਲਾਈਟ ਯੂਨਾਈਟਿਡ 3411 ਦੇ ਵਿੱਚ ਇਹ ਹਾਦਸਾ ਹੋਇਆ, ਜਿੱਥੇ ਕਿ ਯੂਨਾਈਟਿਡ ਏਅਰਲਾਈਨਸ ਨੇ ਇਹ ਫਲਾਈਟ ਓਵਰਬੁੱਕ ਕਰ ਦਿੱਤੀ ਸੀ ਅਤੇ ਬਾਅਦ ਦੇ ਵਿੱਚ ਇੱਕ ਹੋਰ ਕਰੂ ਮੈਂਬਰ ਦੀ ਜਗ੍ਹਾ ਬਣਾਉਣ ਦੇ ਲਈ ਉਹਨਾਂ ਨੂੰ ਜਹਾਜ਼ ਦੇ ਵਿੱਚੋਂ ਜਬਰਨ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਸਿਕਿਉਰਿਟੀ ਨੂੰ ਸੱਦ ਕੇ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਅੱਜ ਡੈਲਟਾ ਏਅਰਲਾਈਨਸ ਨੇ ਵੀ ਕਿਹਾ ਹੈ ਕਿ ਫਲਾਈਟਸ ਅਕਸਰ ਓਵਰਬੁੱਕ ਏਅਰਲਾਈਨ ਕੰਪਨੀਆਂ ਕਰਦੀਆਂ ਹਨ ਅਤੇ ਇਹ ਕੋਈ ਆਮ ਗੱਲ ਨਹੀਂ ਹੈ, ਕਿਉਂਕਿ US ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਲਾਅ ਨਹੀਂ ਬਣਿਆ ਹੋਇਆ ਤਾਂ ਇਸ ਦਾ ਫਾਇਦਾ ਉਠਾਉਂਦੇ ਆਪਣੀ ਪ੍ਰੋਫਿਟ ਦੇ ਲਈ ਅਕਸਰ ਏਅਰਲਾਈਨਸ ਇਸ ਤਰ੍ਹਾਂ ਕਰਦੀਆਂ ਹਨ। ਪਰ ਹੁਣ ਇਸ ਮਾਮਲੇ ਦੇ ਉੱਤੇ ਵੀ ਆਵਾਜ਼ ਉੱਠੀ ਹੈ ਕਿ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਵੀ ਏਅਰਲਾਈਨ ਆਪਣੀ ਫਲਾਈਟ ਓਵਰਬੁੱਕ ਨਾ ਕਰ ਸਕੇ। ਇਸ ਮਾਮਲੇ ਦੇ ਉੱਤੇ ਸੈਨੇਟ ਦੇ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਲੀਡਰਸ ਨੇ ਯੂਨਾਈਟਿਡ ਏਅਰਲਾਈਨਸ ਦੇ ਇਹਨਾਂ ਐਕਸ਼ਨਸ ਦੇ ਉੱਤੇ ਸਵਾਲ ਕੀਤੇ ਹਨ ਅਤੇ ਜਲਦ ਹੀ ਇਸ ਦੇ ਉੱਤੇ ਲਾਅ ਲੈ ਕੇ ਆਉਣ ਦੀ ਗੱਲਬਾਤ ਕਹੀ। ਯੂਨਾਈਟਿਡ ਏਅਰਲਾਈਨਸ ਦੇ CEO ਨੂੰ ਅਸਤੀਫਾ ਦੇਣ ਦੇ ਲਈ ਇੱਕ ਪਟੀਸ਼ਨ ਵੀ ਦਾਖਲ ਕਰ ਦਿੱਤੀ ਗਈ ਹੈ, ਜਿਸ ਦੇ ਉੱਤੇ ਤਕਰੀਬਨ 1,24,000 ਸਿਗਨੇਚਰ ਹੋ ਚੁੱਕੇ ਹਨ। ਨਿਊਯਾਰਕ ਦੀ ਅਪੀਲਜ਼ ਕੋਰਟ ਦੇ ਵਿੱਚ ਪਹਿਲੀ ਅਫਰੀਕਨ ਅਮਰੀਕਨ ਵੂਮਨ ਸ਼ੀਲਾ ਐਬਡਸ ਸਲਾਮ ਦੀ ਡੈਡ ਬੋਡੀ ਅੱਜ ਹਡਸਨ ਰਿਵਰ ਦੇ ਕਿਨਾਰੇ ਮਿਲੀ। ਐਬਡਸ ਸਲਾਮ, ਜਿਨ੍ਹਾਂ ਦੀ ਕੀ ਉਮਰ 65 ਸਾਲ ਸੀ, ਉਹਨਾਂ ਨੂੰ ਮੈਨਹੈਟਨ ਦੇ ਵਿੱਚ
ਤਕਰੀਬਨ ਦੁਪਹਿਰੇ 2 ਵਜੇ ਹਡਸਨ ਨਦੀ ਦੇ ਕਿਨਾਰੇ ਪਾਇਆ ਗਿਆ ਅਤੇ ਉਹਨਾਂ ਦੀ ਲਾਸ਼ ਪਾਣੀ ਦੇ ਉੱਤੇ ਤੈਰ ਰਹੀ ਸੀ। ਇਸ ਤੋਂ ਪਹਿਲਾਂ ਉਹਨਾਂ ਦੇ ਪਤੀ ਨੇ ਉਹਨਾਂ ਦੇ ਗਾਇਬ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਸ਼ਨਾਖਤ ਦੇ ਲਈ ਉਸ ਜਗ੍ਹਾ ਦੇ ਉੱਤੇ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਪੂਰੇ ਕੇਸ ਦੇ ਵਿੱਚ ਕੋਈ ਵੀ ਟਰਾਮਾ ਜਾਂ ਫਿਰ ਇੰਜਰੀਜ਼ ਦੇ ਸੰਕੇਤ ਨਹੀਂ ਮਿਲੇ ਅਤੇ ਉਹ ਹੁਣ ਇਸ ਮਾਮਲੇ ਦੇ ਉੱਤੇ ਜਾਂਚ ਕਰਨਗੇ ਕਿ ਇਹ ਸਭ ਕਿਵੇਂ ਹੋਇਆ। 2013 ਦੇ ਵਿੱਚ ਉਹਨਾਂ ਨੇ ਪਹਿਲੀ ਮਹਿਲਾ ਮੁਸਲਿਮ ਜੱਜ ਦੇ ਵਜੋਂ ਨੋਮੀਨੇਟ ਹੋ ਕੇ ਇਤਿਹਾਸ ਰਚਿਆ ਸੀ ਅਤੇ ਸਟੇਟ ਦੇ ਵਿੱਚ ਕੋਰਟ ਆਫ ਅਪੀਲ 'ਚ ਉਹ ਜੱਜ ਬਣੀ ਸੀ। ਨਿਊਯਾਰਕ ਦੇ ਗਵਰਨਰ ਨੇ ਇਸ ਮਾਮਲੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਨਿਊਯਾਰਕ ਦੇ ਬਿਹਾਫ ਤੇ ਉਹ ਉਹਨਾਂ ਦੇ ਪਰਿਵਾਰ ਨੂੰ ਆਪਣੀਆਂ ਸਿੰਪਥੀਜ਼ ਭੇਜਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਇਸ ਮੁਸ਼ਕਿਲ ਭਰੀ ਘੜੀ ਦੇ ਵਿੱਚ ਉਹ ਉਹਨਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ। ਪੁਲਿਸ ਨੇ ਦੱਸਿਆ ਹੈ ਕਿ ਮੈਡੀਕਲ ਐਗਜ਼ਾਮ ਤੋਂ ਬਾਅਦ ਦੇ ਵਿੱਚ ਇਹ ਪਤਾ ਚੱਲੇਗਾ ਕਿ ਮੌਤ ਦਾ ਕਾਰਨ ਕੀ ਸੀ ਅਤੇ ਇਸ ਮਾਮਲੇ ਦੇ ਵਿੱਚ ਜਾਂਚ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀ ਹੈ। ਉਹਨਾਂ ਨੇ ਇਸ ਤੋਂ ਪਹਿਲਾਂ 29 ਮਾਰਚ ਨੂੰ ਲਾਸਟ ਕੋਰਟ ਹੀਅਰਿੰਗ ਕੀਤੀ ਸੀ ਅਤੇ ਉਸ ਦਿਨ 3 ਕੇਸ ਸੁਣੇ ਸਨ। ਇੰਡੀਆਨਾ ਦੇ ਵਿੱਚ ਟਰੱਕ ਡਰਾਈਵਰ ਨੂੰ ਪੁਲ ਸਿੱਟਣ ਦਾ ਜ਼ਿੰਮੇਵਾਰ ਹੋਣ ਕਰਕੇ ਸਜ਼ਾ ਸੁਣਾਈ ਗਈ ਹੈ ਤੇ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ। ਇੰਡੀਆਨਾ ਦੇ ਵਿੱਚ ਜੱਜ ਆਰ ਮਾਈਕਲ ਕਲਾਊਡ ਨੇ 24 ਸਾਲਾਂ ਦੀ ਟਰੱਕ ਡਰਾਈਵਰ ਮੈਰੀ ਲੈਂਬਰਿਟ ਨੂੰ ਇਹ ਸਜ਼ਾ ਸੁਣਾਈ, ਜਿਸ ਦੇ ਵਿੱਚ ਉਹਨਾਂ ਨੂੰ 180 ਦਿਨ ਜੇਲ੍ਹ ਦੇ ਵਿੱਚ ਬਿਤਾਉਣੇ ਹੋਣਗੇ ਤੇ ਇਸ ਦੇ ਨਾਲ $2000 ਦਾ ਕਵਰ ਫਾਈਨ ਵੀ ਪਾਇਆ ਗਿਆ। ਇਹ ਪੂਰਾ ਮਾਮਲਾ 1 ਸਾਲ ਪਹਿਲਾਂ ਦਾ ਹੈ ਜਦੋਂ ਕਿ ਟਰੱਕ ਡਰਾਈਵਰ ਮੈਰੀ 43,000 ਪਾਊਂਡ ਦਾ ਟਰੱਕ ਲੈ ਕੇ, ਜਿਸ ਦੇ ਵਿੱਚ ਵਾਟਰ ਬੋਟਲ ਸਨ, ਇੰਡੀਆਨਾ ਦੇ ਵਿੱਚ ਉਸ ਪੁਲ ਤੋਂ ਕ੍ਰਾਸ ਕਰ ਗਈ ਅਤੇ ਉਸ ਪੁਲ ਦੀ ਲੋਡ ਦੀ ਇੰਨੀ ਸ਼ਮਤਾ ਨਹੀਂ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਪੁਲ ਹੇਠਾਂ ਡਿੱਗ ਗਿਆ। ਟਰੱਕ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਜ਼ਦੀਕ ਵਾਲਮਾਰਟ ਦੇ ਵਿੱਚ ਆਪਣਾ ਟਰੱਕ ਲੈ ਕੇ ਜਾ ਰਹੀ ਸੀ ਅਤੇ ਇੱਕ ਐਗਜ਼ਿਟ ਭੁੱਲ ਗਈ ਅਤੇ ਬਾਅਦ ਦੇ ਵਿੱਚ ਲੈਫਟ ਰਾਈਟ ਮੁੜਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਰਾਹ ਮਿਲਿਆ ਜਿਸ ਤੋਂ ਉਸਨੇ ਕ੍ਰਾਸ ਕਰਕੇ ਵਾਲਮਾਰਟ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਇੱਕ ਪਾਰਕਿੰਗ ਲਾਟ ਫੁੱਲ ਸੀ, ਇਸ ਦੇ ਲਈ ਉਹ ਪਾਰਕਿੰਗ ਲਾਟ ਦੀ ਬਜਾਏ ਇਸ ਪੁਲ ਤੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਦੱਸਿਆ ਕਿ ਉਸ ਸਮੇਂ 30 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਟਰੱਕ ਚਲਾ ਰਹੀ ਸੀ। ਇਸ ਪੂਰੀ ਘਟਨਾ ਦੇ ਵਿੱਚ ਹਾਲਾਂਕਿ ਟਰੱਕ ਡਰਾਈਵਰ ਨੂੰ ਅਤੇ ਉਸ ਦੀ ਫੀਮੇਲ ਪੈਸੇਂਜਰ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਵੱਜੀ ਸੀ। ਪੁਲਿਸ ਨੇ ਦੱਸਿਆ ਹੈ ਕਿ ਉਸ ਪੁਲ ਦੇ ਸਾਹਮਣੇ ਵੇਟ ਦੀ ਲਿਮਿਟ ਲੱਗੀ ਹੋਈ ਸੀ ਕਿ 6 ਟਨ ਤੋਂ ਜ਼ਿਆਦਾ ਭਾਰ ਉਸ ਪੁਲ ਦੇ ਉੱਤੋਂ ਦੀ ਨਹੀਂ ਜਾ ਸਕਦਾ, ਪਰ ਟਰੱਕ ਡਰਾਈਵਰ ਨੇ ਕਿਹਾ ਕਿ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦੇ ਕੋਲ ਕਿੰਨਾ ਭਾਰ ਹੈ। ਹਾਲਾਂਕਿ ਪੁਲਿਸ ਨੇ ਇਹ ਵੀ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਹੋਰ ਸਾਈਨ ਲੱਗਿਆ ਹੋਇਆ ਹੈ ਜਿਸ ਦੇ ਉੱਤੇ ਟਰੱਕ ਦੀ ਨੋ ਐਂਟਰੀ ਲਿਖੀ ਹੋਈ ਹੈ। ਹਾਲਾਂਕਿ ਜੱਜ ਨੇ ਮੈਰੀ ਨੂੰ ਰੈਕਲੈਸ ਆਪਰੇਸ਼ਨ, ਟਰੈਕਟਰ ਟ੍ਰੇਲਰ, ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ, ਓਵਰਵੇਟ ਅਤੇ ਹੋਰ ਕਈ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ 180 ਦਿਨਾਂ ਦੀ ਜੇਲ੍ਹ ਅਤੇ $2000 ਫਾਈਨ ਕੀਤਾ ਹੈ। ਨਾਰਥ ਕੈਰੋਲਾਈਨਾ ਦੇ ਵਿੱਚ ਟਰਾਂਸਜੈਂਡਰ ਬਾਥਰੂਮ ਬਿੱਲ ਨੂੰ ਲੈ ਕੇ ਚੱਲੀ ਲੰਬੀ ਲੀਗਲ ਫਾਈਟ ਤੋਂ ਬਾਅਦ ਦੇ ਵਿੱਚ ਹੁਣ ਨਾਰਥ ਕੈਰੋਲਾਈਨਾ ਦੀ ਕੰਜ਼ਰਵੇਟਿਵ ਰਿਪਬਲਿਕਨ ਸਟੇਟ ਲੈਜਿਸਲੇਸ਼ਨ ਦੇ ਵਿੱਚ ਇੱਕ ਹੋਰ ਪ੍ਰਸਤਾਵ ਲੈ ਕੇ ਆ ਰਹੀ ਹੈ ਜਿਸ ਦੇ ਤਹਿਤ ਸੇਮ ਸੈਕਸ ਮੈਰਿਜ ਨੂੰ ਬੈਨ ਕੀਤਾ ਜਾਏਗਾ। ਅਪਹੋਲਡ ਹਿਸਟੋਰੀਕਲ ਮੈਰਿਜ ਐਕਟ ਦੇ ਤਹਿਤ ਇਸ ਬਿੱਲ ਦੇ ਵਿੱਚ ਆਰਗਿਊ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਸੇਮ ਸੈਕਸ ਮੈਰਿਜ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਆਪਣੇ ਅਧਿਕਾਰਾਂ ਨੂੰ ਕ੍ਰਾਸ ਕਰਕੇ ਸਿੱਧਾ ਰੱਬ ਨੂੰ ਚੈਲੰਜ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਇੰਡੀਵਿਜੂਅਲ ਸਟੇਟ ਆਪਣੇ ਖੁਦ ਕਾਨੂੰਨ ਬਣਾਉਣ ਦੇ ਪਾਵਰ ਰੱਖਦੀ ਹੈ। ਇਸ ਦੇ ਲਈ ਉਹ ਨਾਰਥ ਕੈਰੋਲਾਈਨਾ ਦੇ ਵਿੱਚ ਨਵਾਂ ਕਾਨੂੰਨ ਲੈ ਕੇ ਆਉਣਗੇ। ਡੈਮੋਕ੍ਰੈਟਿਕ ਗਵਰਨਰ ਰॉय ਕੂਪਰ ਨੇ ਇਸ ਬਿੱਲ ਦਾ ਟਵਿੱਟਰ ਦੇ ਉੱਤੇ ਵਿਰੋਧ ਕਰਦੇ ਹੋਏ ਕਿਹਾ ਕਿ ਨਾਰਥ ਕੈਰੋਲਾਈਨਾ ਦੇ ਵਿੱਚ ਜੋ ਵੀ ਹੋ ਰਿਹਾ ਹੈ ਬਿਲਕੁਲ ਗਲਤ ਹੈ ਤੇ ਉਹਨਾਂ ਨੇ ਕਿਹਾ ਕਿ LGBT ਪ੍ਰੋਟੈਕਸ਼ਨਸ ਦੀ ਜ਼ਰੂਰਤ ਹੈ ਕਿ ਨਾ ਕਿ ਉਹਨਾਂ ਨੂੰ ਘਟਾਇਆ ਜਾਵੇ। ਨਾਰਥ ਕੈਰੋਲਾਈਨਾ ਦੇ ਹਾਊਸ ਸਪੀਕਰ ਟਿਮ ਮੁਰੇ ਨੇ ਕਿਹਾ ਕਿ ਇਸ ਸੈਸ਼ਨ ਦੇ ਦੌਰਾਨ ਇਸ ਬਿੱਲ ਦੇ ਉੱਤੇ ਕੋਈ ਵੀ ਸੁਣਵਾਈ ਨਹੀਂ ਹੋਵੇਗੀ। ਹਾਲਾਂਕਿ ਲੀਗਲ ਐਕਸਪਰਟਸ ਮੰਨਦੇ ਹਨ ਕਿ ਇਹ ਲੈਜਿਸਲੇਸ਼ਨ ਕੋਈ ਵੀ ਚਾਂਸ ਨਹੀਂ ਰੱਖਦੀ ਕਿ ਇਸ ਦੇ ਉੱਤੇ ਸੁਣਵਾਈ ਹੋ ਕੇ ਇਸ ਨੂੰ ਪਾਸ ਕੀਤਾ ਜਾਵੇ। ਲੀਗਲ ਐਕਸਪਰਟਸ ਦਾ ਕਹਿਣਾ ਹੈ ਕਿ ਕੋਈ ਵੀ ਸਟੇਟ, ਟਾਊਨ ਜਾਂ ਫਿਰ ਸਿਟੀ ਆਪਣਾ ਖੁਦ ਦਾ ਲਾ ਪਾਸ ਕਰ ਸਕਦੀ ਹੈ, ਪਰ ਉਹ ਸੰਵਿਧਾਨਿਕ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਨਾਰਥ ਕੈਰੋਲਾਈਨਾ ਦੇ ਵਿੱਚ ਜੋ ਵੀ ਇਹ ਲੈਜਿਸਲੇਸ਼ਨ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਉਹ ਗੈਰ ਸੰਵਿਧਾਨਿਕ ਹੈ। ਨਾਰਥ ਕੈਰੋਲਾਈਨਾ ਇੱਕ ਮਾਤਰ ਇਹੋ ਜਿਹੀ ਸਟੇਟ ਨਹੀਂ ਹੈ ਜਿੱਥੇ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਬਲਕਿ ਅਰਕਨਸਾਸ ਅਤੇ ਹੋਰ ਵੀ ਕਈ ਸਟੇਟਸ ਦੇ ਵਿੱਚ ਇਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਕਿ ਜੋ ਵੀ ਫੈਸਲੇ ਸੁਪਰੀਮ ਕੋਰਟ ਦੁਆਰਾ ਸੁਣਾਏ ਗਏ ਹਨ ਉਹਨਾਂ ਨੂੰ ਬਦਲਿਆ ਜਾਵੇ। ਇਸ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ।
ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 61 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 44 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸਟਾਕਟਨ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਟ੍ਰੇਸੀ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਮੋਡੈਸਟੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਟਰਕੀ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸੈਟਲ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਨਿਊਯਾਰਕ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 40 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਇਸੇ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਸਮੇਂ ਡਾਓ ਜੋਨਸ 59 ਅੰਕਾਂ ਦੀ ਗਿਰਾਵਟ ਦੇ ਨਾਲ 20,591.86 ਤੇ ਬੰਦ ਹੋਇਆ। ਨੈਸਡੈਕ 30 ਅੰਕਾਂ ਦੀ ਗਿਰਾਵਟ ਦੇ ਨਾਲ 5836.16 ਤੇ ਬੰਦ ਹੋਇਆ। S&P 8 ਅੰਕਾਂ ਦੀ ਗਿਰਾਵਟ ਦੇ ਨਾਲ 2344.93 ਤੇ ਬੰਦ ਹੋਇਆ। ਵਿਲਸ਼ਾਇਰ 5000 134 ਅੰਕਾਂ ਦੀ ਗਿਰਾਵਟ ਦੇ ਨਾਲ 24,425.49 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦਾ ਰਿਹਾ, ਜਿਸ ਦੀ ਕੀਮਤ 296.80 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64.53 ਪੈਸੇ, ਕੈਨੇਡੀਅਨ ਡਾਲਰ ਦੀ ਕੀਮਤ ਰਹੀ 48.71 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 80.98 ਪੈਸੇ, ਯੂਰੋ ਦੀ ਕੀਮਤ ਰਹੀ 68.83 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48.62 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45.10 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 40.23 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 171.22 ਪੈਸੇ, ਕੁਵੈਤੀ ਦਿਨਾਰ ਦੀ ਕੀਮਤ ਰਹੀ 211.55 ਪੈਸੇ। ਸੋਨੇ ਦਾ ਰੇਟ $1286.73 ਪਰ ਆਉਂਸ ਰਿਹਾ ਅਤੇ ਚਾਂਦੀ $18.47 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।